ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਤੁਸੀਂ ਜੁੜ ਚੁੱਕੇ ਹੋ ਪ੍ਰਾਈਡ ਪੰਜਾਬ ਟੀਵੀ ਦੇ ਉੱਤੇ ਤੇ ਪ੍ਰੋਗਰਾਮ ਪਤੇ ਦੀ ਗੱਲ ਲੈ ਕੇ ਇੱਕ ਵਾਰ ਫਿਰ ਹਾਜ਼ਰ ਹੋ ਗਏ ਹਾਂ। ਪ੍ਰੋਗਰਾਮ ਪਤੇ ਦੀ ਗੱਲ ਇੱਕ ਵਿਲੱਖਣ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਅੰਦਰ ਦੀਆਂ ਗੱਲਾਂ ਦੱਸਦੇ ਹੁੰਦੇ ਹਾਂ। ਜਿਉਂ ਦੀ ਤਿਉਂ ਖਬਰ ਤਾਂ ਤੁਹਾਨੂੰ ਅਖਬਾਰਾਂ ਟੀਵੀ ਚੈਨਲਾਂ ਜ਼ਰੀਏ ਆਮ ਸੁਣਨ ਨੂੰ ਮਿਲ ਜਾਂਦੀ ਹੈ, ਪਰ ਉਸ ਖਬਰ ਦੀ ਸਾਰ ਨਹੀਂ ਲਈ ਜਾਂਦੀ, ਉਹਦੀ ਪੜਚੋਲ ਨਹੀਂ ਕੀਤੀ ਜਾਂਦੀ ਕਿ ਚੱਲ ਕੀ ਰਿਹਾ, ਅਸਲ ਦੇ ਵਿੱਚ ਅੰਦਰ ਖਾਤੇ ਚੱਲ ਕੀ ਰਿਹਾ। ਸੋ ਇਹ ਪ੍ਰੋਗਰਾਮ ਪਤੇ ਦੀ ਗੱਲ ਦੇ ਵਿੱਚ ਅਸੀਂ ਉਹ ਸਾਰਾ ਕੁਝ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ। ਸੋ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਕਿਸਾਨ ਮੋਰਚੇ ਦੇ ਨਾਲ ਸੰਬੰਧਿਤ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਕਿਸਾਨ ਮੋਰਚਾ ਇਸ ਵੇਲੇ ਪੂਰੇ ਜੋਬਨ ਦੇ ਉੱਤੇ ਆ। ਨਵਾਂ ਸਾਲ ਵੀ ਚੜ ਚੁੱਕਿਆ ਤੇ ਨਵਾਂ ਸਾਲ ਚੜਨ ਤੋਂ ਬਾਅਦ ਵੀ ਆਪਾਂ ਕਹੀਏ ਕਿ ਹਜੇ ਉਹਨਾਂ ਬਿੱਲਾਂ ਬਾਰੇ ਕੁਝ ਵੀ ਸਰਕਾਰ ਦੇ ਕੰਨ ਦੇ ਉੱਤੇ ਜੂ ਨਹੀਂ ਸਰਕਦੀ ਨਜ਼ਰ ਆ ਰਹੀ। ਅਖੀਰਲੀ ਮੀਟਿੰਗ ਹੁੰਦੀ ਹੈ, ਉਹਦੇ ਵਿੱਚ ਵੀ ਉਹ ਮਤੇ ਜਿਹੜੇ ਕਿ ਇਸ ਕਿਸਾਨੀ ਮੋਰਚੇ ਦਾ ਹਿੱਸਾ ਵੀ ਨਹੀਂ ਸੀ, ਉਹਨਾਂ ਨੂੰ ਮੁਆਫ ਕਰਨ ਦੀ ਗੱਲ ਕਹਿ ਦਿੱਤੀ ਗਈ ਸਰਕਾਰ ਦੇ ਨੁਮਾਇੰਦਿਆਂ ਵੱਲੋਂ। ਪਰ ਜਿਹੜੇ 3 ਖੇਤੀ ਆਰਡੀਨੈਂਸ ਜਿਨ੍ਹਾਂ ਕਰਕੇ ਇਹ ਸੰਘਰਸ਼ ਵਿੱਢਿਆ ਗਿਆ, ਹੁਣ ਤੱਕ ਇੱਥੇ ਤੱਕ ਪਹੁੰਚਾਇਆ ਗਿਆ, ਸੋ ਉਹਨਾਂ ਬਿੱਲਾਂ ਬਾਰੇ ਹਜੇ ਵੀ ਸਰਕਾਰ ਅੜੀ ਹੋਈ ਹੈ। ਇਹ ਬਿੱਲਾਂ ਦੇ ਵਿੱਚੋਂ ਜੋ ਤੁਸੀਂ ਘਟਾਉਣਾ ਚਾਹੁੰਦੇ ਹੋ, ਵਧਾਉਣਾ ਚਾਹੁੰਦੇ ਹੋ, ਉਹ ਤਾਂ ਕਰ ਸਕਦੇ ਆ, ਪਰ ਇਹ ਬਿੱਲਾਂ ਨੂੰ ਰੱਦ ਨਾ ਕਰਵਾਓ, ਸਾਡੀ ਵੀ ਇੱਜ਼ਤ ਦਾ ਸਵਾਲ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਬਾਹਰ ਆ ਰਹੀਆਂ। ਕਿਸਾਨ ਮੋਰਚਾ ਇੱਕ ਵਿਲੱਖਣ, ਇੱਕ ਅਦਭੁਤ ਹੋ ਗੁਜ਼ਰਿਆ, ਇਹ ਆਪ ਸਭ ਜਾਣਦੇ ਹੋ। ਦੁਨੀਆ ਭਰ ਦੇ ਵਿੱਚ ਇਸ ਮੋਰਚੇ ਦੀਆਂ, ਇਸ ਪ੍ਰੋਟੈਸਟ ਦੀਆਂ ਗੱਲਾਂ ਹੋ ਰਹੀਆਂ। ਕਿਵੇਂ ਕਿਸਾਨ ਸਿੱਖ ਕਿਸਾਨਾਂ ਨੇ ਦਿੱਲੀ ਘੇਰੀ ਹੋਈ ਹੈ, ਲੰਗਰ ਚੱਲ ਰਹੇ ਨੇ, ਲੰਗਰਾਂ ਦੇ ਪ੍ਰਵਾਹ ਚੱਲ ਰਹੇ ਆ, ਕਿਤੇ ਫੁੱਟ ਮਸਾਜ ਹੋ ਰਹੀ ਹੈ, ਕਿਤੇ ਪੱਕੇ ਹੀ ਟੈਂਟ ਗੱਡ ਕੇ ਲੋਕ ਜਿਹੜੇ ਨੇ ਸਾਡੇ ਉੱਥੇ ਜਾ ਕੇ ਬੈਠ ਚੁੱਕੇ ਨੇ। ਉਹ ਕਹਿੰਦੇ 6-6 ਮਹੀਨਿਆਂ ਦਾ ਰਾਸ਼ਨ ਸਾਡੇ ਕੋਲ ਹੈ। ਜਿੱਥੇ ਗੱਲ ਗੋਦੀ ਮੀਡੀਆ ਦੀ ਕਰਦੇ ਆ ਤੇ ਉਹਨਾਂ ਦੇ ਮਿਰਚਾਂ ਵੀ ਕਈ ਵਾਰ ਬਹੁਤ ਲੱਗਦੀਆਂ ਕਿ ਇਹ ਜਿਹੜੇ ਕਿਸਾਨ ਨੇ, ਇਹ ਜਿਹੜੇ ਪੰਜਾਬੀ ਨੇ, ਇਹਨਾਂ ਨੇ ਤਾਂ ਪੀਜ਼ਿਆਂ ਦੇ ਲੰਗਰ ਚਲਾਏ ਹੋਏ ਆ, ਇਹਨਾਂ ਨੇ ਤੇ ਬਦਾਮਾਂ ਦੇ ਲੰਗਰ ਚਲਾਏ ਹੋਏ ਨੇ। ਸੋ ਇਹ ਗਰੀਬ ਕਿਸਾਨ ਕਿੱਥੋਂ ਹੋ ਗਏ? ਇੱਥੋਂ ਤੱਕ ਕਿ ਕਿਸਾਨਾਂ ਦੀ ਵੇਸ਼ਭੂਸ਼ਾ ਦੇ ਉੱਤੇ ਵੀ ਟਿੱਪਣੀਆਂ ਕਰ ਦਿੱਤੀਆਂ ਗਈਆਂ, ਕਦੇ ਅੱਤਵਾਦ ਦੇ ਨਾਲ ਜੋੜ ਦਿੱਤਾ ਗਿਆ। ਬਹੁਤ ਕੁਝ ਜਿਹੜਾ ਉਹ ਵੀ ਕੀਤਾ ਜਾ ਰਿਹਾ। ਖੈਰ, ਜਦੋਂ ਕੋਈ ਮੋਰਚੇ ਲੱਗਦੇ ਨੇ ਤਾਂ ਫਿਰ ਉਹਦੇ ਇਹ ਵੀ ਪੱਖ ਸਾਹਮਣੇ ਆਉਂਦੇ ਨੇ ਜਾਂ ਫਿਰ ਲੋਕਾਂ ਵੱਲੋਂ ਗੱਲਾਂ ਕੀਤੀਆਂ ਜਾਂਦੀਆਂ। ਬਾਬਾ ਨਾਨਕ ਨੂੰ ਵੀ ਲੋਕਾਂ ਨੇ ਜਿਹੜੀਆਂ ਹੈ ਉਸ ਵੇਲੇ ਟਿਚਰਾਂ ਕੀਤੀਆਂ ਸੀ, ਟਿੱਪਣੀਆਂ ਕੀਤੀਆਂ ਸੀ। ਸੋ ਆਪਾਂ ਇਸ ਤੋਂ ਕਿਤੇ ਵੀ ਆਪਾਂ ਮੂੰਹ ਨਹੀਂ ਮੋੜ ਸਕਦੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਬਾਹਰ ਨਹੀਂ ਆਉਣਗੀਆਂ। ਸੋ ਆਪਾਂ ਜ਼ਿਆਦਾ ਦੇਰ ਨਾ ਲੈਂਦਿਆਂ ਹੋਇਆ ਇਸ ਪ੍ਰੋਗਰਾਮ ਦੇ ਵਿੱਚ ਪੱਤਰਕਾਰ ਅਵਤਾਰ ਸਿੰਘ ਹੋਰਾਂ ਨੂੰ ਫਤਿਹ ਗਜਾ ਕੇ ਤੇ ਉਹਨਾਂ ਦੇ ਕੋਲੋਂ ਸਵਾਲ ਪੁੱਛਣਾ ਹੈ ਕਿ ਜਿਹੜਾ ਮੀਟਿੰਗ ਸੀ ਅਖੀਰਲੀ, ਉਹ ਵੀ ਇਸੇ ਤਰ੍ਹਾਂ ਹੀ ਬੇਰੰਗ ਵਾਪਸ ਪਰਤਾਏ ਕਿਸਾਨ, ਪਰ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਸ ਵਾਰ ਸਰਕਾਰ ਦਾ ਰਵੱਈਆ ਜਿਹੜਾ ਹੈ ਉਹ ਨਰਮ ਸੀ। ਕਿਸਾਨ ਆਗੂਆਂ ਵੱਲੋਂ ਇਹ ਕਿਹਾ ਜਾ ਰਿਹਾ। ਸੋ ਅਵਤਾਰ ਸਿੰਘ ਜੀ, ਸਭ ਤੋਂ ਪਹਿਲਾਂ ਆਪ ਜੀ ਦੇ ਕੋਲੋਂ ਜਾਣਨਾ ਚਾਹਾਂਗੇ ਕਿ ਹੁਣ ਤੱਕ ਸਰਕਾਰ ਜਿਹੜੀ ਹੈ ਉਹ ਬਾਰ-ਬਾਰ ਮੀਟਿੰਗਾਂ ਤੇ ਰੱਖ ਰਹੀ ਹੈ। ਅਖੀਰਲੀ ਮੀਟਿੰਗ ਵੀ ਬੇਸਿੱਟਾ ਰਹੀ, ਜਿਹਦੇ ਵਿੱਚ ਉਹ ਕਾਨੂੰਨ ਮਾਫ ਕਰਨ ਦੀ ਗੱਲ ਕਹੀ ਗਈ ਵੀ ਜਿਨ੍ਹਾਂ ਦਾ ਸੰਘਰਸ਼ ਦੇ ਨਾਲ ਲੈਣ ਦੇਣ ਕੋਈ ਨਹੀਂ। ਕੀ ਕਹੋਗੇ ਇਹਦੇ ਬਾਰੇ? ਹਾਂਜੀ, ਇਹ ਤੁਹਾਡਾ ਬਹੁਤ ਹੀ ਅਹਿਮ ਸਵਾਲ ਹੈਗਾ। ਹੁਣ ਜਦੋਂ ਆਪਾਂ ਦੇਖ ਸਕਦੇ ਹਾਂ ਵੀ ਅੱਜ ਦੀ ਮੀਟਿੰਗ ਆ ਜਿਹੜੀ ਕਿਸੇ ਤਣ ਪੱਤਣ ਨਹੀਂ ਲੱਗੀ, ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਬੁਲਾਇਆ ਗਿਆ ਸੀ ਔਰ ਉਹਨਾਂ ਨੇ ਜਸਟ ਇਹੀ ਗੱਲਾਂ ਮੰਗੀਆਂ ਨੇ ਵੀ ਹਾਂ, ਤੁਹਾਡੇ ਜਿਹੜੇ ਪਰਾਲੀ ਵਾਲਾ ਕਾਨੂੰਨ ਆ ਜਾਂ ਬਿਜਲੀ ਵਾਲਾ ਕਾਨੂੰਨ ਆ ਉਹ ਅਸੀਂ ਰੱਦ ਕਰ ਦਿੰਦੇ ਹੈਗੇ ਆ। ਪਰ ਹਾਲ ਦੀ ਘੜੀ ਜਿਹੜੇ 3 ਵੱਖਰੇ ਕਾਨੂੰਨ ਨੇ ਖੇਤੀ ਨਾਲ ਸੰਬੰਧਿਤ, ਬਿੱਲਾਂ ਨਾਲ ਸੰਬੰਧਿਤ ਨੇ, ਜਿਹਦਾ ਕਾਨੂੰਨ ਬਣ ਚੁੱਕੇ ਨੇ, ਉਹਨਾਂ ਬਾਰੇ ਹਾਲੇ ਵੀ ਸਰਕਾਰ ਆ ਜਿਹੜੀ ਕੋਈ ਟਸ ਤੋਂ ਮਸ ਨਹੀਂ ਹੋਈ। ਹਾਲੇ ਵੀ ਉਹ ਟੋਹ ਰਹੇ ਨੇ ਵੀ ਕਿਸਾਨਾਂ ਵਿੱਚ ਕਿੰਨਾ ਜ਼ੋਰ ਤੇ ਕਿੰਨਾ ਜਜ਼ਬਾ ਹੈ ਜਾਂ ਕਿੰਨੀ ਸ਼ਿੱਦਤ ਹੈ, ਔਰ ਕਿਸਾਨਾਂ ਨੂੰ ਇਸ ਜਿਹੜੇ ਕਾਨੂੰਨ ਆ ਉਹਨਾਂ ਬਾਰੇ ਕਿੰਨੀ ਕੁ ਸਮਝ ਹੈ। ਸੋ ਹਾਲੇ ਵੀ ਸਰਕਾਰ ਆ ਜਿਹੜੀ ਇਹ ਟੋਹ ਰਹੀ ਹੈ, ਟੀਕੇ ਲਾ ਕੇ ਦੇਖ ਰਹੀ ਹੈ। ਉਹਦੀਆਂ ਜਿਹੜੀਆਂ ਇੱਕ ਤਾਂ ਹੈ ਵੀ ਦੋ ਪਾਸਿਓਂ ਗੱਲ ਚੱਲ ਰਹੀ ਹੈ, ਵੀ ਇੱਕ ਤਾਂ ਉਹ ਗੱਲ ਚਲਾ ਰਹੇ ਨੇ, ਦੂਜੇ ਪਾਸੇ ਉਹਦੀਆਂ ਏਜੰਸੀਜ਼ ਆ, ਸਿਕਿਉਰਿਟੀ ਫੋਰਸਿਸ ਆ ਜਿਹੜੀਆਂ, ਜਾਂ ਹੋਰ ਸਾਰੇ ਅਫਸਰਸ਼ਾਹੀ ਆ, ਉਹ ਮੋਰਚੇ ਨੂੰ ਤੋੜਨ ਦਾ ਯਤਨ ਕਰਨਗੇ ਵੀ ਕਿਸੇ ਨਾ ਕਿਸੇ ਤਰ੍ਹਾਂ ਮੋਰਚੇ ਦੀ ਲੀਡਰਸ਼ਿਪ ਵਿੱਚ ਬੇਇਤਫਾਕੀ ਪੈਦਾ ਕੀਤੀ ਜਾਵੇ, ਲੋਕਾਂ ਨੂੰ ਥਕਾ ਦਿੱਤਾ ਜਾਵੇ, ਲੰਮੇ ਸਮੇਂ ਤੱਕ ਉਹਨਾਂ ਨੂੰ ਬਿਠਾਲ ਕੇ ਰੱਖਿਆ ਜਾਵੇ, ਉਹਨਾਂ ਦੇ ਮਨਾਂ ਵਿੱਚ ਇਹ ਗੱਲ ਪਾਈ ਜਾਵੇ ਵੀ ਸਰਕਾਰ ਨੇ ਨਹੀਂ ਮੰਨਣੀ। ਸੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਚਾਲਾਂ ਨੇ ਉਹ ਸਰਕਾਰ ਚੱਲੂਗੀ। ਪਰ ਇਸ ਵੇਲੇ ਜਿਹੜੀ ਕਿਸਾਨੀ ਲੀਡਰਸ਼ਿਪ ਆ, ਔਰ ਅਸੀਂ ਇਹ ਉਹਨਾਂ ਦੀ ਦਾਦ ਦਿੰਦੇ ਹਾਂ ਵੀ ਜਿਸ ਸਿਆਣਪ ਨਾਲ, ਜਿਸ ਤਹਿਜ਼ੀਬ ਨਾਲ ਔਰ ਜਿਸ ਸ਼ੁੱਧਤਾ ਨਾਲ ਉਹਨਾਂ ਨੇ ਕਿਸਾਨ ਮੋਰਚੇ ਦੀਆਂ ਮੰਗਾਂ ਨੂੰ ਸਰਕਾਰ ਦੇ ਸਾਹਮਣੇ ਪੇਸ਼ ਕਰਿਆ ਹੈ, ਔਰ ਜਿਸ ਦ੍ਰਿੜਤਾ ਨਾਲ ਉਹ ਅੜੇ ਬੈਠੇ ਨੇ। ਨਹੀਂ ਤਾਂ ਆਮ ਤੌਰ 'ਤੇ ਸਾਡੇ ਨਾਲ, ਸਿੱਖਾਂ ਨਾਲ ਤੇ ਪੰਜਾਬ ਨਾਲ ਇਹੀ ਹੋਇਆ ਵੀ ਪੰਜਾਬ ਲਗਾਤਾਰ ਲੜਿਆ, ਪੰਜਾਬ ਨੇ ਲਗਾਤਾਰ ਸੰਘਰਸ਼ ਕਰਿਆ 1947 ਤੋਂ ਬਾਅਦ। ਜੇ ਅਸੀਂ ਧੋਖਾ ਖਾਧਾ ਤਾਂ ਸਿਰਫ ਸਾਡੀ ਲੀਡਰਸ਼ਿਪ ਨੇ ਧੋਖਾ ਦਿੱਤਾ ਸਾਨੂੰ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਸੀ, ਚਾਹੇ ਕੈਪਟਨ ਅਮਰਿੰਦਰ ਸਿੰਘ ਸੀ, ਚਾਹੇ ਦਰਬਾਰਾ ਸਿੰਘ ਸੀ, ਜਾਂ ਹੋਰ ਜਿੰਨੇ ਵੀ ਆ, ਗਿਆਨੀ ਜੈਲ ਸਿੰਘ ਸੀ, ਜਿੰਨੇ ਵੀ ਲੋਕ ਆਏ ਪੰਜਾਬ 'ਚ ਪਿਛਲੇ ਸਾਲਾਂ ਦੌਰਾਨ।
ਸੋ ਪੰਜਾਬ ਨੇ ਕਦੀ ਵੀ ਸੰਘਰਸ਼ ਤੋਂ ਮੂੰਹ ਨਹੀਂ ਮੋੜਿਆ, ਚਾਹੇ ਉਹ ਪੰਜਾਬੀ ਸੂਬੇ ਦਾ ਮੋਰਚਾ ਸੀ, ਚਾਹੇ ਧਰਮ ਯੁੱਧ ਮੋਰਚਾ ਸੀ, ਜਾਂ ਉਹ ਤੋਂ ਬਾਅਦ ਜਿਹੜੀ ਖਾੜਕੂ ਸਿੱਖ ਲਹਿਰ ਸੀ। ਪੰਜਾਬ ਲਗਾਤਾਰ ਲੜਿਆ ਦਿੱਲੀ ਨਾਲ। ਜੇ ਅਸੀਂ ਹਾਰੇ ਹਾਂ ਤਾਂ ਸਿਰਫ ਆਪਣੇ ਲੀਡਰਸ਼ਿਪ ਦੀਆਂ ਕਮਜ਼ੋਰੀਆਂ, ਆਪਣੇ ਲੀਡਰਸ਼ਿਪ ਦੀ ਲਾਲਸਾ, ਆਪਣੇ ਲੀਡਰਸ਼ਿਪ ਦੇ ਲਾਲਚ ਜਾਂ ਛੋਟੇ ਛੋਟੇ ਟੁਕੜਿਆਂ ਬਦਲੇ ਜਿਹੜੇ ਵਿਕ ਜਾਣ ਦੀ ਫਿਤਰਤ ਸੀ ਸਿੱਖ ਲੀਡਰਸ਼ਿਪ ਦੀ, ਉਹਦੇ ਕਰਕੇ ਹਾਰੇ ਹਾਂ। ਪਰ ਹਾਲ ਦੀ ਘੜੀ ਅਸੀਂ ਦੇਖ ਸਕਦੇ ਹਾਂ ਬਈ ਜਿਹੜੀ ਕਿਸਾਨੀ ਲੀਡਰਸ਼ਿਪ ਆ ਉਹ ਪੂਰੀ ਦ੍ਰਿੜਤਾ ਨਾਲ, ਪੂਰੇ ਜਜ਼ਬੇ ਨਾਲ ਔਰ ਪੂਰੀ ਸ਼ਿੱਦਤ ਨਾਲ ਪੰਜਾਬ ਦੀ ਅਸਲੀ ਲੀਡਰਸ਼ਿਪ ਬਣ ਕੇ ਆ ਜਿਹੜੀ ਉਹ ਉੱਭਰ ਰਹੀ ਆ, ਉਹ ਲਗਾਤਾਰ ਡਟੀ ਹੋਈ ਹੈ। ਉਹਦੇ ਵਿੱਚ ਹਲੇ ਤੱਕ ਕੋਈ ਵੀ ਕਮਜ਼ੋਰੀ ਨਹੀਂ ਆਈ। ਸੋ ਇਸ ਤਰ੍ਹਾਂ ਨਾਲ, ਤੇ ਦੂਜੇ ਪਾਸੇ ਇਹ ਹੀ ਹੈ ਵੀ ਲੋਕਾਂ ਨੇ ਵੀ ਜਿਸ ਦ੍ਰਿੜਤਾ ਤੇ ਸ਼ਿੱਦਤ ਨਾਲ ਉਸ ਲੀਡਰਸ਼ਿਪ ਦੀ ਹਮਾਇਤ ਕਰੀ ਆ, ਉਹਨੂੰ ਵੀ ਇਸ ਦਾ ਜਿਹੜਾ ਸਿਲਾ ਹੈ ਉਹ ਦੇਣਾ ਚਾਹੀਦਾ ਹੈ। ਉਹਨਾਂ ਨੂੰ ਬੇਨਤੀ ਹੈ ਵੀ ਕਿਤੇ ਉਹ ਧੋਖਾ ਨਾ ਕਰ ਜਾਣ। ਲੱਗਦਾ ਨਹੀਂ ਵੀ ਉਹ ਧੋਖਾ ਕਰਨਗੇ, ਕਿਉਂਕਿ ਸੰਗਤ ਜਿਸ ਦ੍ਰਿੜਤਾ ਨਾਲ ਉਹਨਾਂ ਦੀ ਪਿੱਠ ਤੇ ਖੜੀ ਆ, ਉਹਨਾਂ ਨੂੰ ਧੋਖਾ ਨਹੀਂ ਕਰਨ ਦੇਵੇਗੀ। ਉਸ ਤੋਂ ਪਹਿਲਾਂ ਇਹ ਹੁੰਦਾ ਸੀ ਵੀ ਪ੍ਰਕਾਸ਼ ਸਿੰਘ ਬਾਦਲ ਜਾਂ ਬਲਵੰਤ ਸਿੰਘ ਜਾਂ ਬਰਨਾਲਾ ਜਾਂ ਜਿੰਨੇ ਵੀ, ਜਾਂ ਰਵਿੰਦਰ ਸਿੰਘ, ਜਿੰਨੇ ਵੀ ਸਿੱਖ ਲੀਡਰਸ਼ਿਪ ਰਹੀ ਹੈ, ਉਹ ਜਿੱਦਾਂ ਕਹਿੰਦੇ ਸੀਗੇ ਵੀ ਆਪਣੀ ਬੁੱਕਲ ਵਿੱਚ ਹੀ ਭੇਲੀ ਭੰਨ ਲੈਂਦੇ ਸੀ, ਤੇ ਭੋਲੇ ਭਾਲੇ ਸਿੱਖਾਂ ਨੂੰ ਦੱਸਦੇ ਨਹੀਂ ਸੀ ਵੀ ਉਸ ਸਰਕਾਰ ਨਾਲ ਅਸੀਂ ਕਿਸ ਕਿਸਮ ਦੀਆਂ ਸਾਜ਼ਿਸ਼ਾਂ ਕਰਕੇ ਆਏ ਹਾਂ। ਲੋਕਾਂ ਨੂੰ ਧੋਖਾ ਦੇ ਦਿੰਦੇ ਸੀ। ਪਰ ਹੁਣ ਲੋਕ ਚੇਤਨ ਨੇ ਸੋਸ਼ਲ ਮੀਡੀਆ ਰਾਹੀਂ ਜਾਂ ਹੋਰ ਮੀਡੀਆ ਇਨਫੋਰਮੇਸ਼ਨ ਰਾਹੀਂ ਜਿੰਨੀ ਚੇਤਨਤਾ ਲੋਕਾਂ ਵਿੱਚ ਆਈ ਹੈ, ਅਸੀਂ ਸਮਝਦੇ ਹਾਂ ਵੀ ਉਸਨੇ ਕਿਸਾਨ ਲੀਡਰਸ਼ਿਪ ਨੂੰ ਵੀ ਇੱਕ ਤਰ੍ਹਾਂ ਨਾਲ ਮਰਿਆਦਾ ਵਿੱਚ ਲੈ ਆਂਦਾ ਹੈ। ਵੈਸੇ ਅਸੀਂ ਕਿਸਾਨ ਲੀਡਰਸ਼ਿਪ ਤੇ ਸ਼ੱਕ ਨਹੀਂ ਕਰਦੇ। ਜਿਸ ਦ੍ਰਿੜਤਾ ਨਾਲ ਪਿਛਲੇ 40-50 ਸਾਲਾਂ ਤੋਂ ਉਹ ਲਗਾਤਾਰ ਸੰਘਰਸ਼ ਕਰ ਰਹੇ ਨੇ, ਉਸਨੇ ਉਹਨਾਂ ਨੂੰ ਅੱਜ ਇੱਕ ਕੁੰਦਨ ਵਿੱਚੋਂ ਭਖ ਕੇ ਜਿਹੜੀ ਇੱਕ ਚੰਗੀ ਲੀਡਰਸ਼ਿਪ ਹੁੰਦੀ ਹੈ ਉਹਦੇ ਸਾਹਮਣੇ ਲਿਆਂਦਾ ਹੈ। ਹੁਣ ਜਿਹੜੀ ਜਦੋਂ ਸਰਕਾਰ ਅੜੀ ਹੋਈ ਹੈ, ਹਾਲੇ ਵੀ ਸਰਕਾਰ ਅੜੀ ਹੋਈ ਹੈ, ਹੁਣ 4 ਤਰੀਕ ਦਾ ਉਹਨਾਂ ਨੇ ਦੁਬਾਰੇ ਤਰੀਕ ਦਿੱਤੀ ਹੈ ਵੀ 4 ਤਰੀਕ ਨੂੰ ਗੱਲਬਾਤ ਹੋਊਗੀ, ਹਾਲੇ ਵੀ ਉਹ ਮੁੱਖ ਮੁੱਦੇ ਤੇ ਨਹੀਂ ਆ ਰਹੇ। ਇਸੇ ਕਰਕੇ ਵੀ ਸਰਕਾਰ ਟੋਹ ਰਹੀ ਹੈ ਵੀ ਕਿੰਨਾ ਜਜ਼ਬਾ ਹੈ, ਕਿੰਨਾ ਜ਼ੋਰ ਹੈ, ਜਾਂ ਕਿੰਨੀ ਸ਼ਿੱਦਤ ਨਾਲ ਜਿਹੜੀ ਕਿਸਾਨ ਲੀਡਰਸ਼ਿਪ ਹੈ ਉਹ ਆਪਣੇ ਜਿਹੜੇ ਸਾਰਾ ਕੇਸ ਪੇਸ਼ ਕਰਦੀ ਹੈ। ਇਸ ਮਾਮਲੇ ਵਿੱਚ ਕੋਈ ਵੀ ਸ਼ੱਕ ਨਹੀਂ, ਸਰਦਾਰ ਬਲਵੀਰ ਸਿੰਘ ਰਾਜੇਵਾਲ ਤੇ ਉਹਨਾਂ ਦੀ ਟੀਮ ਨੇ ਕਾਨੂੰਨੀ ਪੱਖਾਂ ਤੋਂ ਜਿਸ ਤਰ੍ਹਾਂ ਸਰਕਾਰ ਨੂੰ ਘੇਰਿਆ ਹੈ, ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ। ਪਰ ਸਰਕਾਰ ਹੁਣ ਇੱਕ ਲੰਬੀ ਖੇਡ ਖੇਡ ਰਹੀ ਹੈ, ਕਿਉਂਕਿ ਸਰਕਾਰ ਦੀ ਇਸ ਨੀਤੀ ਤੋਂ ਇਹ ਸਪਸ਼ਟ ਸਮਝ ਆਉਂਦਾ ਹੈ ਕਿ ਉਹ ਆਪਣੀਆਂ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੈ ਉਹਨਾਂ ਨੂੰ ਤਿਆਗ ਦੇਣਾ ਚਾਹੁੰਦੀ ਹੈ। ਸਰਕਾਰ ਸਿਰਫ ਡੰਡਾ ਚਲਾਉਣ, ਪੁਲਿਸ ਤੇ ਫੌਜ ਰੱਖਣ ਤੇ ਆਪਣਾ ਜਿਹੜਾ ਹਿੰਦੂਵਾਦ ਦਾ ਏਜੰਡਾ ਹੈ ਉਸ ਨੂੰ ਆਪਣੇ ਜਿਹੜੇ ਬਦਮਾਸ਼ ਕਿਸਮ ਦੇ ਲੋਕ ਸਰਕਾਰ ਦੇ ਆਲੇ ਦੁਆਲੇ ਰਲੇ ਹੋਏ ਨੇ ਉਹਨਾਂ ਦੇ ਰਾਹੀਂ ਸਰਕਾਰ ਆਪਣੇ ਹਿੰਦੂਵਾਦ ਦੇ ਏਜੰਡੇ ਨੂੰ ਜਾਂ ਪਾਕਿਸਤਾਨ ਤੇ ਚੀਨ ਨਾਲ ਜਿਹੜੀ ਲੜਾਈ ਲੜਨੀ ਹੈ, ਸੋ ਉਹਨਾਂ ਨੇ ਆਪਣੀਆਂ ਸਰਗਰਮੀਆਂ ਦਾ ਘੇਰਾ ਬਿਲਕੁਲ ਛੋਟਾ ਕਰ ਲਿਆ ਹੈ। ਬਾਕੀ ਜਿਹੜੀ ਆਰਥਿਕਤਾ ਹੈ, ਐਜੂਕੇਸ਼ਨ ਹੈ, ਜਾਂ ਸੜਕਾਂ ਬਣਾਉਣ ਦਾ ਜਾਂ ਜੋ ਵੀ ਵਿਕਾਸ ਦੇ ਕਾਰਜ ਨੇ, ਸਰਕਾਰ ਨੇ ਉਹ ਸਾਰਾ ਕੁਝ ਪ੍ਰਾਈਵੇਟਾਈਜ਼ ਕਰਨਾ, ਉਹਨੂੰ ਨਿੱਜੀਕਰਨ ਉਹਦਾ ਕਰ ਦੇਣ ਦਾ ਫੈਸਲਾ ਕਰ ਲਿਆ ਹੋਇਆ ਵੀ ਇਹ ਜ਼ਿੰਮੇਵਾਰੀਆਂ ਸਰਕਾਰ ਨਹੀਂ ਨਿਭਾਉਣਾ ਚਾਹੁੰਦੀ। ਉਹਨਾਂ ਨੂੰ ਲੱਗਦਾ ਵੀ ਸਾਡਾ ਟਾਈਮ ਆ ਜਿਹੜਾ ਇਹਨਾਂ ਜ਼ਿੰਮੇਵਾਰੀਆਂ ਵਿੱਚ ਬਹੁਤ ਖਰਾਬ ਹੁੰਦਾ ਹੈ। ਅਸੀਂ ਕਿਸੇ ਵੱਡੇ ਨਿਸ਼ਾਨੇ ਦੀ ਪੂਰਤੀ ਲਈ ਆਏ ਹਾਂ, ਸੋ ਉਹਦੇ ਵੱਡਾ ਨਿਸ਼ਾਨਾ ਹੈ ਵੀ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ। ਸੋ ਆਪਣੇ ਉਸ ਰਾਸ਼ਟਰ ਬਣਾਉਣ ਦੇ ਨਿਸ਼ਾਨੇ ਵਿੱਚ ਉਹਨਾਂ ਨੂੰ ਬਹੁਤ ਕਾਹਲੀ ਪਈ ਹੋਈ ਹੈ, ਉਹਨਾਂ ਕੋਲ ਸਮਾਂ ਬਹੁਤ ਘੱਟ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡੀ ਜਿਹੜੀ ਮੰਜੀ ਹੈ ਉਹ ਉਲਟਾ ਨਾ ਦਿੱਤੀ ਜਾਵੇ ਲੋਕਾਂ ਵੱਲੋਂ। ਸੋ ਉਹ ਕੁਝ ਵੀ ਹੋਣ ਤੋਂ ਪਹਿਲਾਂ, ਆਪਣੀ ਸਰਕਾਰ ਖਤਮ ਹੋ ਜਾਣ ਤੋਂ ਪਹਿਲਾਂ, ਇਸ ਰਾਜਸੀ ਨਿਸ਼ਾਨੇ ਦੀ ਪ੍ਰਾਪਤੀ ਲਈ ਜਿਸ ਤੇਜ਼ੀ ਨਾਲ ਉਹ ਭੱਜੇ ਹੋਏ ਨੇ, ਉਸ ਚੋਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਰਥਿਕ ਜ਼ਿੰਮੇਵਾਰੀਆਂ ਨੇ ਤੇ ਸਮਾਜਿਕ ਜ਼ਿੰਮੇਵਾਰੀਆਂ ਨੇ, ਉਹ ਸਾਰੀਆਂ ਆਪਣੇ ਗਲੋਂ ਤਿਆਗ ਦੇਣਾ ਚਾਹੁੰਦੇ ਨੇ। ਏਅਰ ਇੰਡੀਆ ਵਿਕ ਰਹੀ ਹੈ, BSNL ਵਿਕ ਗਿਆ ਹੈ, ਜੀਓ ਨੂੰ ਦੇ ਦਿੱਤਾ ਹੈ, ਫੂਡ ਕਾਰਪੋਰੇਸ਼ਨ ਆਫ ਇੰਡੀਆ ਵਿਕ ਰਹੀ ਹੈ, ਉਹ 3 ਲੱਖ ਕਰੋੜ ਦੇ ਘਾਟੇ ਵਿੱਚ ਹੈ, ਤੇ ਹੋਰ ਜਿੰਨੀਆਂ ਵੀ ਪਬਲਿਕ ਸਰਵਿਸ ਯੂਨਿਟ ਸੀਗੀਆਂ ਉਹ ਸਾਰੀਆਂ ਜਿਹੜੀਆਂ ਉਹ ਵੇਚ ਕੇ ਉਹ ਆਪਣਾ ਇੱਕੋ ਇੱਕ ਨਿਸ਼ਾਨਾ ਵੀ ਚੀਨ ਤੇ ਪਾਕਿਸਤਾਨ ਨਾਲ ਲੜਾਈ ਲੜਾ ਕੇ ਲੋਕਾਂ ਵਿੱਚ ਇੱਕ ਦਹਿਸ਼ਤ ਪੈਦਾ ਕਰਨੀ, ਤੇ ਉਹ ਤੋਂ ਬਾਅਦ ਉਹ ਆਪਣੇ ਹਿੰਦੂ ਰਾਸ਼ਟਰ ਦਾ ਜਿਹੜਾ ਏਜੰਡਾ ਹੈ ਉਸ ਨੂੰ ਅੱਗੇ ਵਧਾਉਣ ਲਈ ਹੀ ਉਹ ਯਤਨ ਕਰਨਗੇ। ਇਸ ਕਰਕੇ ਉਹ ਆਰਥਿਕ ਤੌਰ ਤੇ ਸਭ ਤੋਂ ਵੱਡਾ ਕਿਸਾਨੀ ਦਾ ਜਿਹੜਾ ਇਹ ਸੀਗਾ, ਜਿਹੜੀ ਆਰਥਿਕਤਾ ਦਾ ਸਭ ਤੋਂ ਵੱਡਾ ਸਰੋਤ ਹੈ ਭਾਰਤ ਵਿੱਚ, ਉਹਨੂੰ ਵੀ ਉਹ ਨਿੱਜੀਕਰਨ ਕਰਨਾ ਚਾਹੁੰਦੇ ਆ। ਤੇ ਉਹ ਨਿੱਜੀਕਰਨ ਇੰਨੀ ਬੇਹੂਦਾ ਪੱਧਰ ਤੇ ਕਰਨਾ ਚਾਹੁੰਦੇ ਨੇ ਕਿ ਸਮੁੱਚੇ ਕਿਸਾਨ ਦੀਆਂ ਜਿਣਸਾਂ ਨੂੰ ਉਹ ਕੌਡੀਆਂ ਵੱਟੇ ਖਰੀਦ ਕੇ ਯੂਰਪ ਤੱਕ, ਸਾਊਥ ਏਸ਼ੀਆ ਤੇ ਯੂਰਪ ਤੱਕ ਇਸ ਮੰਡੀ ਨੂੰ ਉਹ ਇਹਨਾਂ ਨਿੱਜੀਕਰਨ ਵਾਲੇ ਲੋਕਾਂ ਦੇ ਹੱਥਾਂ ਵਿੱਚ ਦੇ ਕੇ ਬਹੁਤ ਹੀ ਕਰੋੜਾਂ ਅਰਬਾਂ ਰੁਪਇਆਂ ਦਾ ਜਿਹੜਾ ਫਾਇਦਾ ਉਹਨਾਂ ਨੂੰ ਦੇਣਾ ਚਾਹੁੰਦੇ ਨੇ। ਤੇ ਉਹਨਾਂ ਤੋਂ ਫਿਰ ਉਹ ਆਪਣਾ ਜਿਹੜਾ ਹਿੱਸਾ ਪੱਤੀ ਹੈ ਉਹ ਇੰਡਾਇਰੈਕਟਲੀ ਕਿਸੇ ਨਾ ਕਿਸੇ ਤਰ੍ਹਾਂ ਲੈਣਗੇ, ਜਾਂ ਆਪਣੇ ਏਜੰਡੇ ਦੀ ਪ੍ਰਾਪਤੀ ਲਈ, ਜਿਹੜਾ ਹਿੰਦੂ ਰਾਸ਼ਟਰ ਦਾ ਏਜੰਡਾ, ਉਹਦੀ ਪ੍ਰਾਪਤੀ ਲਈ ਉਹ
ਸਰਗਰਮ ਹੋਣਗੇ। ਸੋ ਇਹ ਬਹੁਤ ਵੱਡੀ ਚਾਲ ਹੈ, ਬਹੁਤ ਵੱਡੀ ਖੇਡ ਹੈ। ਅਸੀਂ ਤਾਂ ਹੁਣ ਵੀ ਕਹਿੰਦੇ ਹਾਂ ਵੀ ਤੁਸੀਂ ਜਮ ਕਾਰਪੋਰੇਟਸ ਨੂੰ ਦਿਓ, ਪਰ ਉਹਦੇ ਵਿੱਚ ਜਿਹੜੀਆਂ ਕਿਸਾਨਾਂ ਦਾ ਹਿੱਸਾ ਹੈ ਉਹ ਬਹੁਤ ਵਧਵਾ ਹੋਣਾ ਚਾਹੀਦਾ ਹੈ। ਜੇ ਤੁਸੀਂ 150 ਰੁਪਏ ਕਿਲੋ ਮੱਕੀ ਦਾ ਆਟਾ ਕਿਲੋ ਵੇਚ ਰਹੇ ਹੋ ਤਾਂ 100 ਰੁਪਇਆ ਕਿਸਾਨ ਨੂੰ ਮਿਲੇ, 50 ਰੁਪਏ ਜਿਹੜਾ ਕਾਰਪੋਰੇਟ ਆ ਉਹਨੇ ਆਪਣੇ ਜਿਹੜੇ ਕਮਾਉਣੇ ਆ ਕਮਾਵੇ। ਸੋ ਇਸ ਪੱਧਰ ਤੇ ਅਸੀਂ ਸਮਝਦੇ ਹਾਂ ਵੀ ਕਿਸਾਨ ਨੂੰ 75% ਜਿਹੜਾ ਹਿੱਸਾ ਹੈ ਉਸ ਉਪਜ ਦਾ ਉਹ ਕਿਸਾਨ ਨੂੰ ਮਿਲਣਾ ਚਾਹੀਦਾ। ਬਾਕੀ 25% ਆ ਜਿਹੜਾ ਕਾਰਪੋਰੇਟ ਆ ਉਹਦੇ ਖਰਚੇ ਆ ਉਹ ਆਪਣਾ ਜਿਸ ਤਰ੍ਹਾਂ ਮਰਜ਼ੀ ਕਰੇ। ਪਰ ਹੁਣ ਤਾਂ ਇਹ ਆ ਵੀ ਕਿਸਾਨ ਨੂੰ ਉਹ 0.5% ਦੇ ਕੇ ਬਾਕੀ 150% ਆ ਜਿਹੜਾ ਉਹ ਆਪ ਖਾਣ ਨੂੰ ਲੱਗੇ ਹੋਏ ਨੇ। ਸੋ ਇਹਦੇ ਵਿੱਚ ਬਹੁਤ ਸਾਰੀਆਂ ਆਰਥਿਕ ਘੁੰਡੀਆਂ ਨੇ। ਤੇ ਦੂਜਾ ਉਹਨਾਂ ਦਾ ਜਿਹੜਾ ਸਿਆਸੀ ਨਿਸ਼ਾਨਾ ਜਿਹੜਾ ਉਹਨਾਂ ਨੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਜਿਹੜਾ ਇੱਕ ਮਨਸ਼ਾ ਦਾ ਬਣਾਇਆ ਹੋਇਆ ਹੈ, ਉਸ ਲਈ ਤੇ ਉਹ ਤੇਜ਼ੀ ਨਾਲ ਭੱਜਣਾ ਚਾਹੁੰਦੇ ਨੇ, ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਤਿਆਗ ਕੇ ਭੱਜਣਾ ਚਾਹੁੰਦੇ ਨੇ। ਸੋ ਇਸ ਵੇਲੇ ਪੰਜਾਬ ਨੇ ਉਸ ਲਹਿਰ ਨੂੰ ਇੱਕ ਠੱਲ ਪਾ ਦਿੱਤੀ ਹੈ। ਪੰਜਾਬ ਦੀ ਕਿਸਾਨੀ ਦਾ ਉੱਠਿਆ ਆਭਾਰ, ਜਿਹਦੇ ਵਿੱਚ ਹੁਣ ਦੇਸ਼ ਦੇ ਸਮੁੱਚੇ ਕਿਸਾਨ ਆ ਗਏ ਨੇ। ਹੁਣ ਇਹ ਕਿਸਾਨੀ ਦਾ ਅੰਦੋਲਨ ਨਹੀਂ ਰਹਿ ਗਿਆ, ਅਸਲ ਵਿੱਚ ਉਸ ਹਿੰਦੂ ਰਾਸ਼ਟਰ ਤੇ ਦੇਸ਼ ਨੂੰ ਇੱਕ ਇਕਾਤਮਕ ਹੀ ਜਿਹੜਾ ਰਾਜ ਬਣਾਉਣ ਦੀਆਂ ਚਾਲਾਂ ਸੀ ਜਾਂ ਸਾਜ਼ਿਸ਼ਾਂ ਸੀ ਉਹਨੂੰ ਠੱਲ ਲਾ ਦਿੱਤੀ ਹੈ ਪੰਜਾਬ ਨੇ। ਉਹਨਾਂ ਦਾ ਜਿਹੜਾ ਪ੍ਰੋਜੈਕਟ ਆ ਉਹ ਖੜ ਗਿਆ ਹੈ। ਇਸ ਮੋਰਚੇ ਨੇ ਉਸ ਨੂੰ ਨੱਕਾ ਲਾ ਦਿੱਤਾ ਹੈ। ਇਹ ਤੋਂ ਬਾਅਦ ਦੀ ਜਿਹੜੀ ਸਿਆਸਤ ਆ ਦੇਸ਼ ਦੀ ਉਹ ਬਹੁਤ ਹੀ ਹੋਰ ਕਿਸਮ ਦੀ ਹੋਵੇਗੀ। ਤੁਸੀਂ ਸੁਣਿਆ ਹੋਣਾ ਸੰਜੇ ਰਾਉਤ ਜਿਹੜੇ ਸ਼ਿਵ ਸੈਨਾ ਦੇ ਮੈਂਬਰ ਆਫ ਪਾਰਲੀਮੈਂਟ ਨੇ, ਉਹਨਾਂ ਦਾ ਵੀ ਬਹੁਤ ਸਖਤ ਬਿਆਨ ਆਇਆ ਹੈ। ਉਹਨਾਂ ਨੇ ਆਖਿਆ ਵੀ ਜੇ ਹਿੰਦੁਸਤਾਨ ਦੀ ਸਰਕਾਰ ਨੇ ਰਾਜਾਂ ਤੇ ਆਪਣੀ ਮਰਜ਼ੀ ਥੋਪਣ ਦੇ ਯਤਨ ਇਸ ਤਰ੍ਹਾਂ ਹੀ ਜਾਰੀ ਰੱਖੇ ਤਾਂ ਭਾਰਤ ਰੂਸ ਵਾਂਗੂ ਖਿੰਡ-ਪੁੜ ਜਾਵੇਗਾ। ਇਸ ਦੇ ਬਹੁਤ ਸਾਰੇ ਮੁਲਕ ਬਣ ਜਾਣਗੇ। ਸੋ ਇਹ ਸੁਪਨਾ ਹੈ ਜਿਹੜਾ ਰਾਸ਼ਟਰਵਾਦੀਆਂ ਦਾ ਉਹ ਧਰਿਆ ਧਰਾਇਆ ਰਹਿ ਜਾਊਗਾ। ਸੋ ਉਹਨਾਂ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਜੇ ਸਰਕਾਰ ਚਾਹੁੰਦੀ ਹੈ ਕਿ ਦੇਸ਼ ਇਕਮੁੱਠ ਰਹੇ ਤਾਂ ਉਹਨਾਂ ਨੂੰ ਰਾਜਾਂ ਦਾ ਸਤਿਕਾਰ ਕਰਨਾ ਪਊਗਾ ਤੇ ਉਸ ਸਤਿਕਾਰ ਵਿੱਚੋਂ ਹੀ ਦੇਸ਼ ਹੈ ਜਿਹੜਾ ਮਜ਼ਬੂਤ ਹੋ ਕੇ ਨਿਕਲ ਸਕਦਾ ਹੈ। ਸੋ ਅਸੀਂ ਕਿਸਾਨ ਆਗੂਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਡਟੇ ਰਹਿਣ। ਉਹਨਾਂ ਦਾ ਡਟੇ ਰਹਿਣ ਕਾਰਨ ਹੀ ਜਿਹੜੀ ਹੈ ਅਸੀਂ ਸਮਝਦੇ ਹਾਂ ਬਈ ਜਿਹੜੀ ਸਰਕਾਰ ਆ ਝੁਕੇਗੀ, ਝੁਕਣਾ ਪਊਗਾ। ਜਿਸ ਕਿਸਮ ਦਾ ਲੋਕ ਰੋਹ ਉੱਥੇ ਪੈਦਾ ਹੋ ਗਿਆ ਹੈ ਉਹ ਬਹੁਤ ਮਜ਼ਬੂਤ ਲੋਕ ਰੋਹ ਬਣ ਗਿਆ ਹੈ। ਸਰਕਾਰ ਨੂੰ ਜ਼ਰੂਰ ਝੁਕਣਾ ਪਏਗਾ। ਹੁਣ ਕਿਸਾਨ ਆਗੂਆਂ ਨੂੰ ਪੈਰ ਛੱਡਣ ਦੀ ਲੋੜ ਨਹੀਂ। ਮੋਰਚਾ ਬਹੁਤ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ। ਹੁਣ ਦੇਖਣਾ ਹੈ ਵੀ ਸਰਕਾਰ ਕਦੋਂ ਆਪਣਾ ਜਿਹੜੀ ਗਰਦਨਾਂ ਝੁਕਾਉਂਦੀ ਹੈ। 4 ਤਰੀਕ ਨੂੰ ਝੁਕਾਉਂਦੀ ਹੈ, 10 ਤਰੀਕ ਨੂੰ ਝੁਕਾਉਂਦੀ ਹੈ, 26 ਜਨਵਰੀ ਨੂੰ ਝੁਕਾਉਂਦੀ ਹੈ ਜਾਂ ਹੋਲੇ ਮਹੱਲੇ ਤੱਕ ਝੁਕਾਉਂਦੀ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ। ਸੋ ਕਿਸਾਨਾਂ ਨੂੰ ਤੇ ਸਿੱਖ ਸੰਗਤਾਂ ਨੂੰ ਡਟੇ ਰਹਿਣ ਦੀ ਲੋੜ ਹੈ। ਸੋ ਤੁਹਾਡੇ ਕਹਿਣ ਮੁਤਾਬਕ ਬੀਜੇਪੀ ਜਾਂ ਫਿਰ ਆਰਐਸਐਸ ਕਹਿ ਲਈਏ ਵੀ ਉਹਨਾਂ ਦਾ ਮੁੱਖ ਮਨੋਰਥ ਹੈ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ, ਤੇ ਕਿਸਾਨੀ ਨਾਲ ਸੰਬੰਧਿਤ ਇਹ ਬਿੱਲ ਜਾਂ ਫਿਰ ਐਨਆਰਸੀ ਵੀ ਕਹਿ ਲਈਏ ਜਾਂ ਫਿਰ 370 ਵੀ ਕਹਿ ਲਈਏ। ਸੋ ਇਹ ਹਿੰਦੂ ਰਾਸ਼ਟਰ ਦੇ ਵੱਖ-ਵੱਖ ਪੜਾਅ ਨੇ ਜਿਹੜੇ ਸਮੇਂ-ਸਮੇਂ ਦੇ ਉੱਤੇ ਆ ਰਹੇ ਨੇ। ਸੋ ਮੁੱਖ ਮਨੋਰਥ ਉਹਨਾਂ ਦਾ ਇਹ ਹੈਗਾ ਵੀ ਹਿੰਦੂ ਰਾਸ਼ਟਰ ਬਣਾਉਣਾ ਹੈ। ਸੋ ਤੁਹਾਡੇ ਕਹਿਣ ਮੁਤਾਬਕ ਹੀ ਕਿਸਾਨੀ ਜਾਂ ਫਿਰ ਕਹੀਏ ਕਿ ਪੰਜਾਬੀਆਂ ਨੇ, ਪੰਜਾਬ 'ਚ ਵਸਦੇ ਹੋਏ ਸਿੱਖਾਂ ਨੇ ਇਸ ਨੂੰ ਕਿਤੇ ਨਾ ਕਿਤੇ ਵੱਡੀ ਜਿਹੜੀ ਕਹਿ ਲਈਏ ਵੀ ਇੱਕ ਰੋਕ ਲਾ ਦਿੱਤੀ ਹੈ। ਜਿਹੜਾ ਉਹਨਾਂ ਦਾ ਮਨੋਰਥ ਹੈ ਉਸ ਦੇ ਵਿੱਚ ਵੱਡੀ ਰੋਕ ਇਸ ਵੇਲੇ ਪੰਜਾਬੀ ਜਾਂ ਫਿਰ ਕਹੀਏ ਕਿ ਸਿੱਖ ਬਣ ਚੁੱਕੇ ਨੇ। ਜਿਹੜਾ ਉਹਨਾਂ ਦਾ ਮਨੋਰਥ ਸ਼ਾਇਦ ਹੋ ਸਕਦਾ 2-4 ਸਾਲਾਂ 'ਚ ਪੂਰਾ ਹੋ ਜਾਂਦਾ, ਪਰ ਜਿਵੇਂ ਤੁਸੀਂ ਦੱਸ ਰਹੇ ਹੋ ਸੋ ਇਹ ਰੋਕ ਲੱਗਣ ਕਰਕੇ ਉਹਨਾਂ ਦਾ ਇਹ ਮਨੋਰਥ ਹੈਗਾ ਕਿਤੇ ਨਾ ਕਿਤੇ ਬਹੁਤ ਅਗਾਂਹ ਜਾ ਪਿਆ। ਪਰ ਫਿਰ ਵੀ ਕਿਸਾਨ ਆਗੂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਪੈਰ ਛੱਡਣ ਦੀ ਲੋੜ ਨਹੀਂ ਜਾਂ ਫਿਰ ਪਿੱਛੇ ਹਟਣ ਦੀ ਲੋੜ ਨਹੀਂ, ਡਟ ਕੇ ਰਹਿਣ। ਇਹ ਮੁਕਾਬਲਾ ਜਿਹੜਾ ਹੈਗਾ ਇਸ ਵੇਲੇ ਸਿਰੇ ਦੇ ਉੱਤੇ ਪਹੁੰਚਿਆ ਹੋਇਆ ਤੇ ਜਿਹੜੀ ਸਰਕਾਰ ਹੈ ਉਹ ਤੁਹਾਡੀਆਂ ਮੰਗਾਂ ਮੰਨਣ ਨੂੰ ਤਿਆਰ ਹੋ ਜਾਏਗੀ। ਸੋ ਅਗਲਾ ਜਿਹੜਾ ਮੇਰਾ ਕੁਐਸਚਨ ਹੈਗਾ ਜੀ ਨਾਲੋਂ ਨਾਲ ਬੜਾ ਅਹਿਮ ਹੈ। ਅਸੀਂ ਸਾਰੇ ਕਿਸਾਨੀ ਬਿੱਲਾਂ ਦੀਆਂ ਗੱਲਾਂ ਤਾਂ ਕਰ ਰਹੇ ਹਾਂ, ਪਰ ਇਹ ਆਪਾਂ ਕੋਈ ਵੀ ਸਾਨੂੰ ਇਹੋ ਜਿਹਾ ਕੋਈ ਵੀ ਮੈਸੇਜ ਜਾਂ ਫਿਰ ਕਿਤੋਂ ਵੀ ਕੋਈ ਐਸੀ ਗੱਲਬਾਤ ਜਿਹੜੀ ਹੈ ਭਵਿੱਖ ਦੀ ਪਲੈਨਿੰਗ ਬਾਰੇ ਨਹੀਂ ਮਿਲ ਰਹੀ। ਸੋ ਬਿੱਲ ਮਾਫ ਹੋ ਜਾਂਦੇ ਨੇ, ਮਤਲਬ ਰੱਦ ਹੋ ਜਾਂਦੇ ਨੇ, ਜੇ ਨਹੀਂ ਵੀ ਹੁੰਦੇ ਸੋ ਇਸ ਤੋਂ ਅਗਲਾ ਸਟੈਪ ਜਿਹੜਾ ਹੈ ਭਾਰਤ ਦੀ ਰਣਨੀਤੀ ਜਾਂ ਫਿਰ ਪੰਜਾਬੀਆਂ ਦੀ ਰਣਨੀਤੀ, ਪੂਰੇ ਪੰਜਾਬ ਦੇ ਵਿੱਚ ਰਣਨੀਤੀ ਕੀ ਹੋਣੀ ਚਾਹੀਦੀ ਹੈ, ਕਿਵੇਂ ਅੱਗੇ ਲੈ ਕੇ ਤੁਰਨ। ਕਿਉਂਕਿ ਜਿਵੇਂ ਇੱਕ ਪਾਸੇ ਇੱਕ ਜਿਹੜੀ ਪਾਰਟੀ ਉਹਨੇ ਤਾਂ ਮਨੋਰਥ ਆਪਣਾ ਦੱਸ ਦਿੱਤਾ ਵੀ ਉਹ ਹਿੰਦੂ ਰਾਸ਼ਟਰ ਬਣਾਉਣਗੇ। ਸੋ ਕਿਵੇਂ ਭਾਰਤੀਆਂ ਨੂੰ ਅਤੇ ਪੰਜਾਬੀ ਸਿੱਖਾਂ ਨੂੰ ਉਹਨਾਂ ਦਾ ਕੀ ਮਕਸਦ ਹੋਣਾ ਚਾਹੀਦਾ, ਕਿਵੇਂ ਉਹ ਰਣਨੀਤੀ ਨੂੰ ਲੈ ਕੇ ਅੱਗੇ ਵਧਣ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਇਹ ਤੁਹਾਡਾ ਜਿਹੜਾ ਦੂਜਾ ਸਵਾਲ ਹੈ ਇਹ ਵੀ ਬਹੁਤ ਅਹਿਮ ਹੈ। ਤੁਹਾਡਾ ਸਵਾਲ ਇਹ ਹੈ ਵੀ ਕਿਸਾਨ ਮੋਰਚੇ ਦੀ ਜਿੱਤ ਤੋਂ ਬਾਅਦ ਵੀ ਪੰਜਾਬ ਲਈ ਜਾਂ ਭਾਰਤ ਦੇ ਲੋਕਾਂ ਲਈ ਕਿਸ ਕਿਸਮ ਦੇ ਰਾਜਨੀਤਿਕ ਰਾਹ ਹੈ ਜਿਹੜੇ ਉਹ ਬਣਨਗੇ। ਸੋ ਅਸੀਂ ਆਪਣੇ ਪਹਿਲੇ ਜਿਹੜਾ ਤੁਸੀਂ ਸਵਾਲ ਕਰਿਆ ਸੀ ਉਹਦੇ ਵਿੱਚ ਵੀ ਗੱਲ ਇਹ ਥੋੜ੍ਹੀ ਨਿਖਾਰਨ ਦੀ ਕੋਸ਼ਿਸ਼ ਕਰੀ ਹੈ ਬਈ ਭਾਰਤ ਦੇ ਰਾਜਨੀਤੀਵਾਨ ਜਿਹੜੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਯਤਨ ਕਰ ਰਹੇ ਨੇ, ਉਹ ਭਾਰਤ ਦਾ ਜਿਹੜਾ ਸੰਘੀ ਢਾਂਚਾ ਹੈ, ਜਿਹੜਾ ਫੈਡਰਲ ਢਾਂਚਾ ਹੈ, ਉਸ ਨੂੰ ਖਤਮ ਕਰਨ ਦੇ ਯਤਨ ਕਰ ਰਹੇ ਨੇ। ਸੋ
ਇਸ ਕਿਸਾਨ ਮੋਰਚੇ ਨੇ ਜਿੱਥੇ ਆਰਥਿਕ ਤੌਰ ਤੇ ਉਹਨਾਂ ਦੀਆਂ ਜਿਹੜੀਆਂ ਦੌੜਾਂ ਸੀ ਲੱਗੀਆਂ ਹੋਈਆਂ ਪੈਸੇ ਬਣਾਉਣ ਦੀਆਂ, ਉਹਨੂੰ ਠੱਲ ਪਾਈ ਹੈ। ਇਸ ਦੇ ਨਾਲ ਹੀ ਭਾਰਤ ਨੂੰ ਯੂਨਿਟਰੀ ਇੱਕ ਰਾਸ਼ਟਰ ਬਣਾਉਣ ਦਾ, ਸੋ ਭਾਰਤ ਇੱਕ ਰਾਸ਼ਟਰ ਨਹੀਂ ਹੈ, ਵਾਰ-ਵਾਰ ਅਸੀਂ ਕਹਿ ਰਹੇ ਹਾਂ ਦੇਸ਼ ਇੱਕ ਹੈ ਪਰ ਰਾਸ਼ਟਰ ਇੱਕ ਨਹੀਂ ਹੈ। ਇੱਕ ਦੇਸ਼ ਵਿੱਚ ਬਹੁਤ ਸਾਰੇ ਰਾਸ਼ਟਰ ਰਹਿ ਰਹੇ ਨੇ, ਸੋ ਉਹਨਾਂ ਵੱਖ-ਵੱਖ ਰਾਸ਼ਟਰਾਂ ਦੀਆਂ ਆਪਣੀਆਂ ਜ਼ਰੂਰਤਾਂ, ਆਪਣੇ ਸੱਭਿਆਚਾਰਕ ਵਖਰੇਵੇਂ, ਆਪਣੇ ਧਾਰਮਿਕ ਵਖਰੇਵੇਂ ਅਤੇ ਆਪਣੀਆਂ ਜਿਹੜੇ ਤਰਜ਼ੇ ਜ਼ਿੰਦਗੀਆਂ ਹਨ। ਸੋ ਇਹ ਬਹੁਤ ਸਾਰੇ ਰਾਸ਼ਟਰ ਇੱਕ ਮੁਲਕ ਵਿੱਚ ਰਹਿ ਰਹੇ ਨੇ, ਇੱਕ ਧਰਤੀ ਤੇ ਰਹਿ ਰਹੇ ਨੇ। ਭਾਰਤ ਕਦੀ ਵੀ ਇੱਕ ਰਾਸ਼ਟਰ ਨਹੀਂ ਰਿਹਾ। ਸੋ ਉਹ ਧੱਕੇ ਨਾਲ ਬੰਦੂਕ ਦੀ ਨੋਕ ਤੇ ਇਸ ਨੂੰ ਇੱਕ ਰਾਸ਼ਟਰ ਬਣਾਉਣ ਦਾ ਯਤਨ ਕਰ ਰਹੇ ਨੇ। ਹੁਣ ਕਿਸਾਨ ਮੋਰਚੇ ਦੀ ਸਫਲਤਾ ਤੋਂ ਬਾਅਦ ਜਿਹੜਾ ਦੂਜਾ ਕਾਰਜ ਜਿਹੜਾ ਰਾਜਨੀਤੀਵਾਨਾਂ ਦੇ ਕਰਨਯੋਗ ਹੈ, ਜਿਹੜੇ ਫੈਡਰਲ ਢਾਂਚੇ ਦੇ ਹਮਾਇਤੀ ਰਾਜਨੀਤੀਵਾਨ ਨੇ, ਸੋ ਪੰਜਾਬ ਸਾਨੂੰ ਲੱਗਦਾ ਹੈ ਕਿਸਾਨ ਮੋਰਚੇ ਵਾਂਗ ਫਿਰ ਇਸ ਦੀ ਅਗਵਾਈ ਕਰੇਗਾ। ਉਹਦੇ ਵਿੱਚ ਦੂਜੀ ਸਰਗਰਮੀ ਇਹ ਹੋਵੇਗੀ ਵੀ ਭਾਰਤ ਨੂੰ ਮੁੜ ਕੇ ਫੈਡਰਲ ਲੀਹਾਂ ਤੇ ਚਲਾਉਣ ਦਾ ਯਤਨ ਕੀਤਾ ਜਾਵੇ। ਸੋ ਇਹ ਜਿਹੜੀ ਇਹ ਕੱਟੜ ਕਿਸਮ ਦੇ ਰਾਜਨੀਤੀਵਾਨਾਂ ਦੀ ਇੱਕ ਦੌੜ ਲੱਗੀ ਹੋਈ ਹੈ, ਇੱਕ ਲਹਿਰ ਹੈ, ਜਿਹਦੇ ਵਿੱਚ ਬਹੁਤ ਸਾਰੇ ਗੁੰਡਾ ਅਨਸਰ ਉਹਨਾਂ ਨੇ ਆਪਣੇ ਮਗਰ ਲਾ ਲਏ ਨੇ। ਸੋ ਉਸ ਆਧਾਰ ਤੇ ਉਹ ਭਾਰਤ ਨੂੰ ਜਿਸ ਤਰ੍ਹਾਂ ਇੱਕ ਰਾਸ਼ਟਰ ਬਣਾਉਣ ਦਾ ਯਤਨ ਕਰ ਰਹੇ ਨੇ, ਉਹਦੇ ਖਿਲਾਫ ਬਹੁ ਰਾਸ਼ਟਰੀ ਤੇ ਸੰਘੀ ਢਾਂਚੇ ਦੀ ਮਜ਼ਬੂਤੀ ਲਈ ਜਿਹੜੇ ਯਤਨ ਕਰਨੇ ਪੈਣਗੇ, ਉਸ ਤਰ੍ਹਾਂ ਦੀ ਰਾਜਸੀ ਲਹਿਰ ਆ ਜਿਹੜੀ ਚਲਾਉਣੀ ਪਵੇਗੀ। ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ, ਹਾਂ ਹੋ ਸਕਦਾ ਹੈ ਕਿ 40-45 ਸਾਲਾਂ ਦੇ ਵਕਫੇ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਜਿਸ ਤਰ੍ਹਾਂ ਦੀ ਰਾਜਨੀਤਿਕ ਤਬਦੀਲੀਆਂ ਹੁਣ ਤੇਜ਼ੀ ਨਾਲ ਆ ਗਈਆਂ ਹਨ, ਉਹ ਥੋੜਾ ਪਿੱਛੇ ਰਹਿ ਗਿਆ ਹੋਵੇ, ਪਰ ਉਸ ਦੇ ਆਧਾਰ ਤੇ ਹੀ ਨਵੀਂ ਕਿਸਮ ਦਾ ਉਹ ਪੰਜਾਬ ਦੇ ਰਾਜਨੀਤੀਵਾਨਾਂ ਨੂੰ ਜਾਂ ਰਾਜਨੀਤਿਕ ਵਿਦਵਾਨਾਂ ਨੂੰ ਉਸ ਮਸਲੇ ਤੇ ਸਿਰ ਜੋੜ ਕੇ ਬੈਠਣਾ ਤੇ ਨਵਾਂ ਕੋਈ ਅਨੰਦਪੁਰ ਸਾਹਿਬ ਦੇ ਮਤੇ ਵਰਗਾ ਇੱਕ ਨਵਾਂ ਜਿਹੜਾ ਪ੍ਰੋਗਰਾਮ ਆ ਉਹ ਲੈ ਕੇ ਆਉਣਾ ਪਵੇਗਾ। ਪਰ ਜਿਹੜੀਆਂ ਲੀਹਾਂ ਨੇ ਉਹ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਹੋਣਗੀਆਂ। ਸੋ ਅਨੰਦਪੁਰ ਸਾਹਿਬ ਦੇ ਮਤੇ ਦੇ ਆਧਾਰਿਤ ਫੈਡਰਲ ਢਾਂਚੇ ਦੀ ਮਜ਼ਬੂਤੀ ਅਤੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਜਿਹੜੀ ਰਾਜਨੀਤੀ ਹੈ, ਉਹ ਜਿਹੜਾ ਅਗਲਾ ਪੜਾਅ ਹੋਵੇਗਾ। ਉਹਦੇ ਵਿੱਚ ਹੁਣ ਅਸੀਂ ਦੇਖ ਸਕਦੇ ਹਾਂ ਵੀ ਮਰਾਠਾ, ਜਿਹੜੇ ਮਹਾਰਾਸ਼ਟਰ ਦੇ ਮਰਾਠੇ ਨੇ, ਸ਼ਿਵ ਸੈਨਾ ਵਾਲੇ, ਉਹ ਵੀ ਤੁਹਾਡੀ ਹਮਾਇਤ ਵਿੱਚ ਆ ਸਕਦੇ ਨੇ। ਜਿਹੜੇ ਦੱਖਣੀ ਭਾਰਤ ਦੇ ਰਾਜ ਨੇ ਉਹ ਵੀ ਸਾਡੀ ਹਮਾਇਤ ਵਿੱਚ ਆ ਸਕਦੇ ਨੇ। ਕਿਸੇ ਨਾ ਕਿਸੇ ਤਰ੍ਹਾਂ ਲਾਲੂ ਪ੍ਰਸਾਦ ਯਾਦਵ ਤੇ ਮੁਲਾਇਮ ਸਿੰਘ ਯਾਦਵ, ਇਹਨਾਂ ਲੋਕਾਂ ਨੂੰ ਵੀ ਨਾਲ ਰਲਾਇਆ ਜਾ ਸਕਦਾ ਹੈ। ਪਰ ਉਹਨਾਂ ਦੀ ਕੋਈ ਕਮਜ਼ੋਰੀ ਆ ਵੀ ਉਹ ਲੀਡ ਨਹੀਂ ਕਰ ਸਕਦੇ। ਉਹ ਚਾਹੁੰਦੇ ਨੇ ਕਿ ਪੰਜਾਬ ਆ ਜਿਹੜਾ ਲੀਡਰਸ਼ਿਪ ਦਾ ਰੋਲ ਅਦਾ ਕਰੇ, ਉਹ ਮਗਰ ਲੱਗਣ ਨੂੰ ਤਿਆਰ ਨੇ। ਸੋ ਜੇ ਪੰਜਾਬ ਭਾਰਤ ਨੂੰ ਮੁੜ ਤੋਂ ਸੰਘੀ ਢਾਂਚੇ ਵਿੱਚ ਤਬਦੀਲ ਕਰਨ ਲਈ ਜਿਹੜੀ ਲਹਿਰ ਚਲਾਉਣੀ ਹੈ, ਉਹਦੀ ਲੀਡ ਕਰਦਾ ਹੈ, ਉਹਦੀ ਲੀਡਰਸ਼ਿਪ ਵਿੱਚ ਆਉਂਦਾ ਹੈ, ਜਾਂ ਉਸ ਮੁਹਿੰਮ ਨੂੰ ਇਸੇ ਤਰ੍ਹਾਂ ਚਲਾਉਂਦਾ ਹੈ ਜਿਸ ਤਰ੍ਹਾਂ ਉਸਨੇ ਕਿਸਾਨ ਮੁਹਿੰਮ ਚਲਾਈ ਹੈ, ਤਾਂ ਅਸੀਂ ਸਮਝਦੇ ਹਾਂ ਵੀ ਫਾਸ਼ੀਵਾਦੀਆਂ ਦੇ ਤੇ ਕੱਟੜ ਤਾਨਾਸ਼ਾਹਾਂ ਦੇ ਜਿਹੜੇ ਸੁਪਨੇ ਆ ਉਹਨਾਂ ਨੂੰ ਤੋੜਿਆ ਜਾ ਸਕਦਾ ਹੈ ਅਤੇ ਭਾਰਤ ਨੂੰ ਮੁੜ ਕੇ ਇੱਕ ਫੈਡਰਲ ਢਾਂਚੇ ਵਾਲੇ ਰਾਜ ਵਿੱਚ ਤਬਦੀਲ ਕਰਕੇ ਘੱਟ ਗਿਣਤੀਆਂ, ਵੱਖ-ਵੱਖ ਧਾਰਮਿਕ ਘੱਟ ਗਿਣਤੀਆਂ, ਸਮਾਜਿਕ ਘੱਟ ਗਿਣਤੀਆਂ ਅਤੇ ਰਾਜਨੀਤਿਕ ਘੱਟ ਗਿਣਤੀਆਂ, ਉਹਨਾਂ ਦੇ ਜਿਹੜੇ ਹਿੱਤ ਨੇ ਉਹ ਸੁਰੱਖਿਅਤ ਕੀਤੇ ਜਾ ਸਕਦੇ ਆ। ਸੋ ਇਹ ਫੁੱਲਾਂ ਦੇ ਗੁਲਦਸਤੇ ਨੂੰ ਫੁੱਲਾਂ ਦਾ ਅਸਲ ਗੁਲਦਸਤਾ ਬਣਾਇਆ ਜਾ ਸਕਦਾ। ਹੁਣ ਉਸ ਦੀ ਜੋ ਚਟਣੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਆ, ਉਹਨਾਂ ਕਦਮਾਂ ਦੇ ਖਿਲਾਫ, ਉਹਨਾਂ ਇੱਛਾਵਾਂ ਦੇ ਖਿਲਾਫ ਅਤੇ ਉਹਨਾਂ ਘਿਨਾਉਣੀਆਂ ਸਾਜ਼ਿਸ਼ਾਂ ਦੇ ਖਿਲਾਫ ਪੰਜਾਬ ਨੂੰ ਇੱਕ ਵਾਰ ਫਿਰ ਰਾਜਨੀਤਿਕ ਲੜਾਈ ਦੇਣੀ ਪਵੇਗੀ, ਜਿਸ ਤਰ੍ਹਾਂ 1981-82 ਵਿੱਚ ਉਹਨੇ ਧਰਮ ਯੁੱਧ ਮੋਰਚੇ ਦੇ ਰੂਪ ਵਿੱਚ ਦਿੱਤੀ ਹੈ। ਸੋ ਇਸ ਮੋਰਚੇ ਨੇ ਇਹ ਦਿਖਾ ਦਿੱਤਾ ਹੈ ਕਿ ਪੰਜਾਬ ਹਾਲੇ ਵੀ ਵੱਡਾ ਸੰਘਰਸ਼ ਲੜਨ ਦੀ ਇੱਛਾ ਸ਼ਕਤੀ, ਤਾਕਤ ਅਤੇ ਰਾਜਨੀਤਿਕ ਇੱਛਾ ਸ਼ਕਤੀ ਰੱਖਦਾ ਹੈ। ਸੋ ਇਸ ਮੋਰਚੇ ਦੀ ਸਫਲਤਾ ਤੋਂ ਬਾਅਦ ਜਿਹੜਾ ਨਵਾਂ ਮੋਰਚਾ ਸ਼ੁਰੂ ਹੋਣ ਜਾ ਰਿਹਾ ਹੈ, ਉਹਦੇ ਵਿੱਚ ਪੰਜਾਬ ਨੂੰ ਲੀਡ ਕਰਨਾ ਪਵੇਗਾ, ਭਾਰਤ ਨੂੰ ਸੰਘੀ ਢਾਂਚੇ ਵਿੱਚ ਤਬਦੀਲ ਕਰਨੀ। ਹਰਿਆਣਾ ਦੇ ਲੋਕ ਜਿਸ ਤਰ੍ਹਾਂ ਸਾਡੇ ਨਾਲ ਜੁੜੇ ਨੇ, ਉੱਤਰ ਪ੍ਰਦੇਸ਼ ਦੇ ਲੋਕ ਜਿਸ ਤਰ੍ਹਾਂ ਸਾਡੇ ਨਾਲ ਜੁੜੇ ਨੇ, ਸੋ ਇਹ ਦਹਿਸ਼ਤ ਦੀ ਰਾਜਨੀਤੀ ਨੂੰ ਖਤਮ ਕਰਕੇ ਪਿਆਰ ਦੀ ਰਾਜਨੀਤੀ, ਅਨੇਕਤਾ ਵਿੱਚ ਏਕਤਾ, ਸਾਰਿਆਂ ਦੀਆਂ ਜਿਹੜੀਆਂ ਨਿਆਰਾਪਣ ਹੈ ਉਹਨਾਂ ਦੀ ਰਿਸਪੈਕਟ ਕਰਦੇ ਹੋਏ, ਜੇ ਕੋਈ ਹਿੰਦੂ ਹੈ ਉਹ ਆਪਣਾ ਮੰਤਰਾਂ ਦਾ ਜਾਪ ਕਰੇ, ਜੇ ਕੋਈ ਮੁਸਲਮਾਨ ਹੈ ਉਹ ਆਪਣੀ ਨਮਾਜ਼ ਅਦਾ ਕਰੇ, ਜੇ ਕੋਈ ਸਿੱਖ ਹੈ ਉਹ ਆਪਣਾ ਪਾਠ ਕਰੇ, ਸਾਰੇ ਇੱਕੋ ਜਗ੍ਹਾ ਰਹਿ ਕੇ ਵੀ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਮੁਸਲਮਾਨ ਭਗਤ ਵੀ ਨੇ, ਹਿੰਦੂ ਭਗਤ ਵੀ ਨੇ, ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ, ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਆਪਣੇ ਗਲ ਨਾਲ ਲਾ ਕੇ ਉਹ ਭਗਤ ਵੀ ਨੇ। ਸੋ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਜਿਹੜਾ ਮਾਡਲ ਹੈ ਉਹ ਰਾਜਨੀਤਿਕ ਮਾਡਲ ਹੈ ਜਿਹੜਾ ਉਹ ਭਾਰਤ ਵਿੱਚ ਬਣਾਇਆ ਜਾ ਸਕਦਾ ਹੈ। ਸੋ ਇਸ ਲਈ ਜਿਹੜੀ ਅਗਵਾਈ ਹੈ ਉਹ ਫਿਰ ਪੰਜਾਬ ਨੂੰ ਤੇ ਸਿੱਖ ਲੀਡਰਸ਼ਿਪ ਨੂੰ ਕਰਨੀ ਪਵੇਗੀ, ਪਰ ਸਿੱਖ ਲੀਡਰਸ਼ਿਪ ਤੇ ਪੰਜਾਬ ਦੇ ਲੀਡਰਸ਼ਿਪ ਨੂੰ ਬਹੁਤ ਇਮਾਨਦਾਰੀ ਨਾਲ ਯਤਨ ਕਰਨੇ ਪੈਣਗੇ। ਜਿਸ ਕਿਸਮ ਦੀ ਇਮਾਨਦਾਰੀ ਉਸਨੇ ਕਿਸਾਨ ਮੋਰਚੇ ਵਿੱਚ ਦਿਖਾਈ ਹੈ, ਜੇ ਇਸ ਕਿਸਮ ਦੀ ਇਮਾਨਦਾਰੀ ਰਾਜਨੀਤਿਕ ਲੀਡਰਸ਼ਿਪ ਦਿਖਾ ਦੇਵੇ ਤਾਂ ਅਸੀਂ ਸਮਝਦੇ ਹਾਂ ਵੀ ਪੰਜਾਬ ਆ ਜਿਹੜਾ ਉਹ ਭਾਰਤ ਦੀ ਅਗਵਾਈ ਕਰਨ ਦੀ ਆਪਣੀ ਸਮਰੱਥਾ ਦਾ ਲੋਹਾ ਮਨਾ ਸਕਦਾ ਹੈ। ਬਿਲਕੁਲ ਬਿਲਕੁਲ, ਕੀ ਬਾਤ ਹੈ। ਸੋ ਬਾਕੀ ਭਾਈ ਅਵਤਾਰ ਸਿੰਘ ਜੀ, ਇਹਦੇ ਨਾਲ ਇਹ ਵੀ ਇੱਕ ਗੱਲ ਜਿਹੜੀ ਹੈ ਨਾਲ ਬਣਦੀ ਹੈ ਕਿ ਪੰਜਾਬੀਆਂ ਨੂੰ ਵੀ ਆਪਣੀ ਵਿਸ਼ੇਸ਼ਤਾ, ਆਪਣੀ ਵਿਲੱਖਣਤਾ
ਆਪਣਾ ਜੋਸ਼, ਇੱਕ ਨਿਆਰਾਪਨ ਜਿਹੜਾ ਹੈ ਉਸ ਨੂੰ ਵੀ ਪਹਿਚਾਨਣ ਦੀ ਲੋੜ ਹੈ। ਆਪਣੇ ਜ਼ਿਆਦਾਤਰ ਆਪਾਂ ਇਹ ਵੀ ਦੇਖਦੇ ਹਾਂ ਵੀ ਆਪਣੇ ਆਪ ਨੂੰ ਦੂਸਰਿਆਂ ਦੇ ਵਿੱਚ ਜਜ਼ਬ ਕਰਨ ਦੀਆਂ ਜਿਹੜੀਆਂ ਗੱਲਾਂ ਹੈ ਉਹ ਸਾਡੇ ਵਿੱਚ ਆਮ ਚੱਲਦੀਆਂ ਰਹਿੰਦੀਆਂ। ਆਪਣੇ ਆਪ ਨੂੰ ਉਹ ਨਾ ਕਹਿ ਕੇ, ਆਪਣੇ ਆਪ ਨੂੰ ਵਿਲੱਖਣ ਨਾ ਕਹਿ ਕੇ ਦੂਸਰਿਆਂ ਦੇ ਵਿੱਚ ਜਜ਼ਬ ਕਰਨ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਇਹਨਾਂ ਨੂੰ ਛੱਡ ਕੇ ਆਪਣੇ ਆਪ ਨੂੰ ਪਹਿਚਾਨਣਾ ਪਏਗਾ। ਤੇ ਇੱਕ ਵਾਰ ਫਿਰ ਇਹ ਗੱਲ ਵੀ ਸਾਨੂੰ ਸੋਚ ਸਮਝ ਲੈਣੀ ਚਾਹੀਦੀ ਹੈ ਕਿ ਇਤਿਹਾਸ ਵੀ ਦੁਹਰਾਇਆ ਜਾਵੇਗਾ। ਇਤਿਹਾਸ ਦੇ ਵਿੱਚ ਵੀ ਸਾਡੇ ਯੋਧੇ ਜਿਹੜੇ ਨੇ ਉਹ ਮੋਹਰੀ ਰਹੇ ਨੇ, ਬਾਕੀ ਸਟੇਟਾਂ ਦੀ ਅਗਵਾਈ ਵੀ ਕਰਦੇ ਰਹੇ ਨੇ ਤੇ ਬਹੁ ਬੇਟੀਆਂ ਵੀ ਛੁਡਾ ਕੇ ਲਿਆਉਂਦੇ ਰਹੇ ਨੇ। ਭਾਰਤ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਜਾਂ ਫਿਰ ਔਰੰਗਜ਼ੇਬ, ਅਬਦਾਲੀ ਤੱਕ ਦੀਆਂ ਜੇ ਗੱਲਾਂ ਕਹੀਏ ਤਾਂ ਉਹ ਸਾਰਿਆਂ ਦੇ ਵਿੱਚ ਪੰਜਾਬ ਸਿੱਖ ਮੋਹਰੀ ਰਹੇ ਆ। ਸੋ ਇੱਕ ਵਾਰ ਫਿਰ ਪੰਜਾਬ ਜਿਹੜਾ ਹੈ ਉਹ ਮੋਹਰੀ ਬਣਨ ਨੂੰ ਤਿਆਰ ਹੋਣਾ ਚਾਹੀਦਾ ਤਾਂ ਕਿ ਐਸੀ ਕੱਟੜਤਾ ਜਿਹੜੀ ਹੈ ਉਹਦੇ ਤੋਂ ਨਿਜਾਤ ਪਾਈ ਜਾ ਸਕੇ। ਘੱਟ ਗਿਣਤੀਆਂ ਦੇ ਉੱਤੇ ਹੋ ਰਹੇ ਜ਼ੁਲਮ ਜਿਹੜੇ ਹੈ ਉਹ ਇਸੇ ਦੇ ਨਾਲ ਹੀ ਠੱਲ ਹੋਣਗੇ। ਜੇ ਪੰਜਾਬ ਦੇ ਨਾਲ ਵਿਤਕਰਾ ਹੈ ਉਹ ਵੀ ਇਸੇ ਦੇ ਨਾਲ ਠੱਲ ਹੋਣਾ ਹੈ। ਜਿਵੇਂ ਪੰਜਾਬ ਹੁਣ ਉੱਠ ਖੜਿਆ, ਇਸੇ ਤਰ੍ਹਾਂ ਹੀ ਜਿਹੜਾ ਜੁੜ ਕੇ ਰਹਿਣ ਦੀ ਲੋੜ ਹੈ। ਇਹ ਨਹੀਂ ਕਿ 2022 ਦੀਆਂ ਚੋਣਾਂ ਆਈਆਂ ਤਾਂ ਫਿਰ ਆਪੋ ਆਪਣੇ ਰਾਹ ਅਪਣਾ ਲਏ ਤੇ ਉਹੀ ਰਵਾਇਤੀ ਪਾਰਟੀਆਂ ਆਪਾਂ ਲਿਆ ਕੇ ਫਿਰ ਸਿਰ ਦੇ ਉੱਤੇ ਬਿਠਾ ਲਈ। ਇਹਦੇ ਬਾਰੇ ਵੀ ਸੋਚਣਾ ਪਏਗਾ। ਸੋ ਅਖੀਰ ਦੇ ਵਿੱਚ ਮੈਂ ਭਾਈ ਅਵਤਾਰ ਸਿੰਘ ਜੀ ਆਪ ਜੀ ਦਾ ਬਹੁਤ ਧੰਨਵਾਦ ਕਰਦਾ। ਬੜੀਆਂ ਹੀ ਅੱਜ ਜਿਹੜੀਆਂ ਡੂੰਘਾਈ ਵਾਲੀਆਂ ਗੱਲਾਂ ਜਿਹੜੀਆਂ ਤੁਸੀਂ ਦੱਸੀਆਂ, ਭਵਿੱਖ ਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ, ਸਰਕਾਰ ਦੀ ਇਸ ਵੇਲੇ ਜਿਹੜੀ ਕੀ ਮਨਸ਼ਾ ਹੈ, ਉਹ ਸਾਰਿਆਂ ਦੇ ਉੱਤੇ ਤੁਸੀਂ ਬਹੁਤ ਹੀ ਵੱਖਰੇਪਨ ਦੇ ਨਾਲ, ਇੱਕ ਬੜੇ ਹੀ ਖੂਬਸੂਰਤੀ ਦੇ ਨਾਲ ਤੁਸੀਂ ਉਹਦੇ ਉੱਤੇ ਚਾਨਣਾ ਪਾਇਆ। ਅਗਲੇ ਹਫਤੇ ਫਿਰ ਜੁੜਾਂਗੇ ਤੇ ਦਰਸ਼ਕੋ ਇਹ ਪ੍ਰੋਗਰਾਮ ਤੁਹਾਨੂੰ ਵੀ ਪਸੰਦ ਆਇਆ ਹੋਣਾ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਸਬਸਕ੍ਰਾਈਬ ਵੀ ਕਰੋ ਚੈਨਲ ਨੂੰ ਤੇ ਫੇਸਬੁੱਕ ਦੇ ਉੱਤੇ ਸਾਡਾ ਪੇਜ ਹੈ ਉਸ ਨੂੰ ਵੀ ਜਰੂਰ ਲਾਈਕ ਕਰ ਦਿਓ ਤਾਂ ਕਿ ਅਸੀਂ ਐਸੇ ਖਾਸ ਪ੍ਰੋਗਰਾਮ, ਐਸੇ ਖਾਸ ਵਿਦਵਾਨਾਂ ਦੇ ਨਾਲ ਮਿਲ ਕੇ ਤੁਹਾਡੇ ਵਾਸਤੇ ਲਿਆ ਸਕੀਏ। ਸੋ ਅੱਜ ਇਸੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮਿਲਾਂਗੇ ਅਗਲੇ ਹਫਤੇ ਤੇ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।